ਬੇਨਤੀ ਕਰਾਂਗਾ ਡਾਕਟਰ ਤਰੁਣਦੀਪ ਸਿੰਘ ਜੀ ਨੂੰ ਕਿ ਉਹ ਉਹਨਾਂ ਨੂੰ ਅਨਮਿਊਟ ਅਸੀਂ ਕਰਨ ਜਾ ਰਹੇ ਹਾਂ ਜੀ, ਤੇ ਉਹ ਫਿਰ ਬੱਚਿਆਂ ਦੇ ਨਾਲ ਆਪਣੀ ਗੱਲਬਾਤ ਸਾਂਝੀ ਕਰਨ ਜੀ। ਡਾਕਟਰ ਤਰੁਣਦੀਪ ਸਿੰਘ ਜੀ। ਗੁਰਮਤਿ ਬਾਲ ਸਭਾ ਅਟੈਂਡ ਕਰ ਰਹੇ ਸਾਰੇ ਬੱਚਿਆਂ ਨੂੰ, ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਹੁਣੇ ਹੀ ਲੰਘਿਆ ਤੇ ਅਸੀਂ ਸਰਵਣ ਕਰ ਰਹੇ ਸੀਗੇ ਵੀ ਉਹਨਾਂ ਨੇ ਕਿਵੇਂ ਸੇਵਾ ਕੀਤੀ, ਆਪ ਆਪਣੇ ਹੱਥੀਂ ਜਾ ਕੇ ਪਰਸਨਲੀ ਜਾ ਕੇ ਮਰੀਜ਼ਾਂ ਦੀ ਸੇਵਾ ਕੀਤੀ ਤੇ ਬੇਅੰਤ ਮਰੀਜ਼ ਉਹਨਾਂ ਨੇ ਠੀਕ ਕੀਤੇ ਆਪਣੀ ਮਿਹਰ ਸਦਕਾ। ਤੇ ਅੰਤ ਵਿੱਚ ਹਾਲਾਂਕਿ ਉਹ ਮਰੀਜ਼ ਠੀਕ ਕਰ ਰਹੇ ਸਨ, ਪਰ ਅੰਤ ਵਿੱਚ ਉਹ ਆਪ ਉਸ ਬਿਮਾਰੀ ਦਾ ਸ਼ਿਕਾਰ ਹੋ ਗਏ। ਉਹ ਇਹ ਦਰਸਾਉਣਾ ਸੀਗਾ ਵੀ ਕੋਈ ਵੀ ਹਿਊਮਨ ਫਾਰਮ 'ਚ ਜਿਹੜਾ ਆਇਆ ਹੈ ਉਹ ਬਿਮਾਰੀ ਤੋਂ ਉੱਤੇ ਨਹੀਂ ਹੈ ਤੇ ਸਫਰ ਕਰਕੇ ਉਹਨਾਂ ਦਾ ਸਰੀਰਕ ਅੰਤ ਹੋਣਾ ਹੀ ਹੋਣਾ ਹੈ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇੱਕ ਪ੍ਰੈਕਟੀਕਲ ਐਗਜ਼ਾਮਪਲ ਦਿੱਤੀ ਸੇਵਾ ਦੀ ਆਪਣੇ ਜੀਵਨ ਵਿੱਚ, ਛੋਟੇ ਜਿਹੇ ਜੀਵਨ ਵਿੱਚ, ਅਤੇ ਜੀਵਨ ਤਿਆਗ ਕਰਕੇ ਵੀ ਸੇਵਾ ਕਰਦਿਆਂ ਹੋਇਆਂ ਇਸ ਹੱਦ ਤੱਕ ਲੀਨ ਹੋਣਾ ਹੈ ਕਿ ਭਾਵੇਂ ਆਪਣੇ ਤੱਕ ਆਪਣਾ ਨੁਕਸਾਨ ਹੋ ਜਾਵੇ, ਅਸੀਂ ਸੇਵਾ ਜ਼ਰੂਰ ਕਰਨੀ ਹੈ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਇਕੱਲੇ ਨਹੀਂ ਸਨ ਜਿਨ੍ਹਾਂ ਨੇ ਸੇਵਾ ਕੀਤੀ। ਸਾਰੇ ਗੁਰੂ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੇਵਾ ਹੀ ਕੀਤੀ ਹੈ। ਭਾਵੇਂ ਆਪ ਲੰਗਰ ਵਰਤਾਉਂਦੇ ਸਨ ਜਾਂ ਗੁਰੂ ਮਹਿਲ ਲੰਗਰ ਵਰਤਾਉਂਦੇ ਸਨ, ਜਾਂ ਮਰੀਜ਼ਾਂ ਦੀ ਸੇਵਾ ਹੁੰਦੀ ਸੀ, ਜਾਂ ਪੈਸਿਆਂ ਦੀ ਸੇਵਾ ਹੁੰਦੀ ਸੀ, ਜਾਂ ਰੋਗੀਆਂ ਦੀ ਸੇਵਾ ਹੁੰਦੀ ਸੀ, ਜਿਸ ਤਰ੍ਹਾਂ ਨਾਲ ਵੀ ਹੋ ਸਕਿਆ। ਗੁਰੂ ਗੋਬਿੰਦ ਸਿੰਘ ਜੀ ਦਾ ਸਾਨੂੰ ਪਤਾ ਹੈ ਕਿ ਰਾਜੇ ਆਏ ਸਨ, ਪਹਾੜੀ ਰਾਜੇ ਆਏ ਸਨ ਤੇ ਗੁਰੂ ਸਾਹਿਬ ਨੇ ਆਪਣੀਆਂ ਫੌਜਾਂ ਭੇਜੀਆਂ ਸਨ ਉਹਨਾਂ ਦੀ ਮਦਦ ਵਾਸਤੇ। ਸੋ ਸੇਵਾ ਦਾ ਕਨਸੈਪਟ ਜਿਹੜਾ ਹੈ ਉਹ ਸਿੱਖ ਧਰਮ ਵਿੱਚ ਸੈਂਟਰਲ ਹੈ। ਹੁਣ ਅੱਜ ਆਪਾਂ ਇਹ ਸਮਝਣਾ ਹੈ ਕਿ ਗੁਰੂ ਸਾਹਿਬ ਨੇ ਇੰਨੀ ਵੇਟੇਜ ਕਿਉਂ ਦਿੱਤੀ ਸੇਵਾ ਦੀ, ਸਾਨੂੰ ਕੀ ਲੋੜ ਹੈ ਇੰਨੀ ਸੇਵਾ ਕਰਨ ਦੀ। ਜਿੱਥੇ ਆਪਾਂ ਕਹਿੰਦੇ ਆ ਕਿ ਦਸਵੰਧ ਦਈਏ ਤੇ ਅਸੀਂ ਆਪਣੇ ਖੂਨ ਪਸੀਨੇ ਨਾਲ ਕਮਾਏ ਹੋਏ ਪੈਸੇ ਦਿੰਦੇ ਆ, ਕੀ ਲੋੜ ਹੈ ਕਰਨ ਦੀ। ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਹੋਇਆ ਕਿ ਜਦੋਂ ਅਸੀਂ ਸੇਵਾ ਕਰਦੇ ਆ ਸਾਨੂੰ ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੁੰਦੀ ਹੈ, ਸਾਨੂੰ ਇੱਕ ਸੈਟਿਸਫੈਕਸ਼ਨ ਮਿਲਦੀ ਹੈ, ਤਸੱਲੀ ਮਹਿਸੂਸ ਹੁੰਦੀ ਹੈ ਤੇ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਬਿਹਤਰ ਤੇ ਖੁਸ਼ ਮਹਿਸੂਸ ਕਰਦੇ ਹਾਂ ਜਦੋਂ ਆਪਾਂ ਸੇਵਾ ਕਰ ਹਟਦੇ ਹਾਂ, ਰਾਦਰ ਦੈਨ ਕਿ ਜਦੋਂ ਸਾਨੂੰ ਮੌਕਾ ਮਿਲੇ ਤੇ ਅਸੀਂ ਸੇਵਾ ਨਾ ਕਰੀਏ ਤੇ ਸਾਨੂੰ ਇੱਕ ਅਚਾਨਕ ਹੀ ਇੱਕ ਐਸੀ ਅੰਦਰ ਵੈਕਿਊਮ ਜਿਹਾ ਮਹਿਸੂਸ ਹੁੰਦਾ ਹੈ, ਖਾਲੀਪਨ ਮਹਿਸੂਸ ਹੁੰਦਾ ਹੈ। ਸੋ ਇਹ ਸਾਨੂੰ ਕਿਉਂ ਫੀਲਿੰਗ ਆਉਂਦੀ ਹੈ, ਇਸ ਤਰ੍ਹਾਂ ਕਿਉਂ ਹੁੰਦਾ ਹੈ। ਸੋ ਇਹ ਸਮਝਣ ਲਈ ਅਸੀਂ ਚੱਲਦੇ ਹਾਂ ਜਦੋਂ ਯੂਨੀਵਰਸ ਦੀ ਸ਼ੁਰੂਆਤ ਹੋਈ ਤੇ ਉਹ ਕਿਵੇਂ ਹੋਈ। ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰਣੋ ਆਦ ਏਕੰਕਾਰਾ ਅਰਬਦ ਨਰਬਦ ਧੁੰਦੂਕਾਰਾ। ਸੋ ਪਹਿਲਾਂ ਸ਼ੁਰੂਆਤ ਵਿੱਚ ਸਿਰਫ ਇਕੱਲਾ ਪਰਮਾਤਮਾ ਹੀ ਸੀ ਤੇ ਆਸੇ ਪਾਸੇ ਅਰਬਦ ਨਰਬਦ ਧੁੰਦੂਕਾਰਾ। ਹੁਣ ਧੁੰਦੂਕਾਰਾ ਮੀਨਸ ਕਿ ਗੈਸਸ ਸਨ, ਸਾਰੀ ਗੈਸਸ ਸੀਗੀਆਂ, ਹਾਈਡਰੋਜਨ ਸੀ, ਆਕਸੀਜਨ ਸੀ, ਨਾਈਟ੍ਰੋਜਨ ਸੀ, ਹੀਲੀਅਮ ਸੀ, ਮੈਨੀ ਕਾਈਂਡਸ ਆਫ ਗੈਸਸ। ਫਿਰ ਕੁਝ ਕੌਤਕ ਵਰਤਿਆ, ਇਹ ਗੈਸਸ ਨੇ ਕੰਬਾਈਨ ਕਰਨਾ ਸ਼ੁਰੂ ਕੀਤਾ ਤੇ ਮੈਟਰ ਬਣ ਗਿਆ। ਇਹ ਜਿਹੜੇ ਇੰਡੀਵਿਜੂਅਲ ਮੋਲੀਕਿਊਲ ਸੀਗੇ ਗੈਸਸ ਦੇ, ਇਹ ਕੰਬਾਈਨ ਕੀਤੇ ਤੇ ਇੱਕ ਨਵਾਂ ਮੋਲੀਕਿਊਲ ਬਣ ਗਿਆ। ਫਿਰ ਉਹ ਮੋਲੀਕਿਊਲ ਕੰਬਾਈਨ ਕੀਤੇ ਤੇ ਕੋਈ ਸੋਲਿਡਿਫਾਈ ਕਰ ਗਏ, ਕੋਈ ਲਿਕੁਇਡ ਹੀ ਰਹਿ ਗਏ, ਕੋਈ ਗੈਸੀਅਸ ਹੀ ਰਹਿ ਗਏ। ਸੋ ਉਸ ਤਰ੍ਹਾਂ ਮੈਟਰ ਬਣਦਾ ਗਿਆ, ਡਿਫਰੈਂਟ ਫਾਰਮਸ ਆਫ ਮੈਟਰ ਬਣਦੇ ਗਏ। ਸੋ ਕੀ ਹੋਇਆ ਕਿ ਇੱਕ ਮੋਲੀਕਿਊਲ ਨੇ ਦੂਸਰੇ ਮੋਲੀਕਿਊਲ ਦੀ ਹੈਲਪ ਕੀਤੀ ਇੱਕ ਤੀਜੀ ਚੀਜ਼ ਬਣਾਉਣ ਲਈ। ਉਹਨਾਂ ਨੇ ਆਪਣੀ ਆਇਡੈਂਟੀਟੀ ਖਤਮ ਹੋ ਗਈ ਉਹਨਾਂ ਦੀ, ਹਾਈਡਰੋਜਨ ਤੇ ਆਕਸੀਜਨ ਜਦੋਂ ਮਿਲ ਜਾਂਦੇ ਨੇ ਤੇ ਇੱਕ ਨਵੀਂ ਚੀਜ਼ ਬਣ ਜਾਂਦੀ ਹੈ ਜਿਹਨੂੰ ਆਪਾਂ ਵਾਟਰ ਕਹਿੰਦੇ ਹਾਂ। ਸੋ ਇੱਕ ਦੂਜੇ ਦੀ ਹੈਲਪ ਕਰਨ ਨਾਲ ਇੱਕ ਨਵੀਂ ਚੀਜ਼ ਬਣ ਗਈ, ਕੰਬਾਈਨ ਕਰ ਗਏ। ਇਸ ਸਿਲਸਿਲੇ ਨੂੰ ਅਸੀਂ ਅੱਗੇ ਦੇਖੀਏ ਤੇ ਮੈਟਰ ਬਣ ਗਿਆ, ਸੋਲਿਡ ਬਣ ਗਏ, ਲਿਕੁਇਡਸ ਬਣ ਗਈ, ਗੈਸਸ ਬਣ ਗਈਆਂ। ਇਹ ਮੈਟਰ ਹੌਲੀ ਹੌਲੀ ਕੰਬਾਈਨ ਕਰੀ ਗਏ, ਮੋਲੀਕਿਊਲਸ ਕੰਬਾਈਨ ਕਰ ਗਏ, ਇੱਕ ਦੂਜੇ ਨਾਲ ਜੁੜੀ ਗਏ ਤੇ ਛੋਟੇ ਛੋਟੇ ਸੈੱਲ ਬਣ ਗਏ ਜਿਹੜੇ ਲਾਈਫ ਜਿਨ੍ਹਾਂ ਵਿੱਚ ਫਾਰਮ ਸੀਗੀ। ਉਹ ਕੁਝ ਕੰਜ਼ਿਊਮ ਕਰਦੇ ਸੀ, ਐਨਰਜੀ ਕੰਜ਼ਿਊਮ ਕਰਦੇ ਸੀਗੇ ਤੇ ਕੁਝ ਉਹਨਾਂ ਦੇ ਵੇਸਟ ਪ੍ਰੋਡਕਟਸ ਹੁੰਦੇ ਸਨ ਜਿਹੜੇ ਸੈਲਸ ਚੋਂ ਬਾਹਰ ਨਿਕਲ ਜਾਂਦੇ ਸਨ ਤੇ ਉਹ ਹੌਲੀ ਹੌਲੀ ਸਿੰਪਲ ਮੋਲੀਕਿਊਲਸ ਤੋਂ ਕੰਪਲੈਕਸ ਮੋਲੀਕਿਊਲਸ ਬਣੀ ਗਏ। ਪਰ ਕਿਸੇ ਮੋਲੀਕਿਊਲ ਨੇ ਇਹ ਕੰਮ ਇਕੱਲੇ ਨਹੀਂ ਕੀਤਾ, ਇੱਕ ਦੂਜੇ ਮੋਲੀਕਿਊਲ ਦੀ ਹੈਲਪ ਲੈ ਕੇ ਹੀ ਕੀਤਾ। ਹੁਣ ਜਿਵੇਂ ਜਿਵੇਂ ਸੈੱਲ ਹੋਰ ਕੰਪਲਿਕੇਟ ਹੋਈ ਗਏ, ਹੋਰ ਕੰਪਲੈਕਸ ਬਣੀ ਗਏ ਤੇ ਗਰੁੱਪਸ ਆਫ ਸੈਲਸ ਇਕੱਠੇ ਜੁੜ ਕੇ ਕੰਮ ਕਰਨ ਲੱਗ ਗਏ। ਹੁਣ ਤੁਸੀਂ ਆਪਣਾ ਦੇਖਦੇ ਹੋ ਕਿ ਅੱਖਾਂ ਦੇ ਜਿਹੜੇ ਸੈੱਲ ਨੇ
ਉਹ ਕਿਡਨੀ ਦੇ ਸੈਲਸ ਨਾਲੋਂ ਡਿਫਰੈਂਟ ਨੇ, ਹਨਾ। ਬਣੇ ਉਹ ਸੈਲਸ ਹੀ ਨੇ, ਡੀਐਨਏ ਸਾਡਾ ਸਾਰਿਆਂ ਦਾ ਸੇਮ ਹੈ, ਹਰ ਸੈੱਲ ਵਿੱਚ ਸੇਮ ਡੀਐਨਏ ਹੈ, ਪਰ ਲੰਗਸ ਦੇ ਸੈਲਸ, ਬ੍ਰੇਨ ਦੇ ਸੈਲਸ, ਆਈਜ਼ ਦੇ ਸੈਲਸ ਤੇ ਕਿਡਨੀ ਦੇ ਸੈਲਸ ਅਲੱਗ-ਅਲੱਗ ਕੰਮ ਕਰਦੇ ਨੇ। ਪਰ ਜੇ ਕਿਡਨੀ ਦੇ ਸੈਲਸ ਕੰਮ ਕਰਨਾ ਬੰਦ ਕਰ ਦੇਣ ਤੇ ਆਈਜ਼ ਤੇ ਵੀ ਫਰਕ ਪੈਂਦਾ ਤੇ ਬ੍ਰੇਨ ਤੇ ਵੀ ਫਰਕ ਪੈਂਦਾ। ਸੋ ਇੱਕ ਤਰ੍ਹਾਂ ਦੇ ਸੈਲਸ ਜੁੜ ਕੇ ਉਹਨਾਂ ਨੇ ਕਿਡਨੀ ਬਣਾ ਲਈ, ਦੂਜੇ ਤਰ੍ਹਾਂ ਦੇ ਸੈਲਸ ਨੇ ਮਿਲ ਕੇ ਬ੍ਰੇਨ ਬਣਾ ਲਿਆ, ਤੀਜੇ ਤਰ੍ਹਾਂ ਦੇ ਸੈਲਸ ਨੇ ਮਿਲ ਕੇ ਆਈਜ਼ ਬਣਾ ਲਈਆਂ। ਹੁਣ ਕੰਪਲੈਕਸਿਟੀ ਕਿਵੇਂ ਵੱਧਦੀ ਗਈ? ਇੱਕ ਸੈੱਲ ਜਿਹੜਾ ਸੀ ਉਹ ਬੜੇ ਕੰਪਲੈਕਸ ਕੰਮ ਕਰ ਸਕਦਾ ਸੀਗਾ, ਕਿਉਂਕਿ ਹੁਣ ਕਾਫੀ ਸਾਰੇ ਮੋਲੀਕੂਲ ਜੁੜ ਕੇ ਇੱਕ ਲਾਈਫ ਫਾਰਮ ਬਣ ਗਈ। ਹੁਣ ਕਈ ਸਾਰੇ ਗਰੁੱਪਸ ਆਫ ਮੋਲੀਕੂਲਸ ਨੇ ਜੁੜ ਕੇ ਇੱਕ ਵੱਡਾ ਆਰਗੈਨਿਜ਼ਮ ਬਣਾ ਲਿਆ, ਜਿਹਨੂੰ ਆਪਾਂ ਇੱਕ ਜਾਨਵਰ ਕਹਿ ਸਕਦੇ ਹਾਂ, ਜਾਂ ਜਿਹਨੂੰ ਆਪਾਂ ਪਲਾਂਟ ਕਹਿ ਸਕਦੇ ਹਾਂ, ਜਿਹਨੂੰ ਆਪਾਂ ਹਿਊਮਨ ਵੀ ਕਹਿ ਸਕਦੇ ਹਾਂ। ਸੋ ਗਰੁੱਪਸ ਆਫ ਸੈਲਸ ਨੇ ਮਿਲ ਕੇ, ਇੱਕ ਗਰੁੱਪ ਇੱਕ ਤਰ੍ਹਾਂ ਦੇ ਕੰਮ ਕਰਦਾ ਸੀ, ਦੂਜਾ ਗਰੁੱਪ ਦੂਜੇ ਤਰ੍ਹਾਂ ਦੇ ਕੰਮ ਕਰਦੇ ਸੀਗੇ, ਤੇ ਆਪਣੀ ਸੈੱਲ ਵਾਲ ਜਾਂ ਜਿਹੜੇ ਸੈਲਸ ਵਿੱਚ ਕੰਮ ਹੁੰਦੇ ਸਨ ਉਹਨਾਂ ਤੋਂ ਬਾਹਰ ਨਿਕਲ ਕੇ ਇੱਕ ਗਰੁੱਪ ਆਫ ਸੈਲਸ ਨੇ ਦੂਜੇ ਗਰੁੱਪ ਆਫ ਸੈਲਸ ਦੀ ਹੈਲਪ ਕਰਨੀ ਸ਼ੁਰੂ ਕੀਤੀ, ਤੇ ਦੋਨੋਂ ਗਰੁੱਪਸ ਆਫ ਸੈਲਸ ਜਾਂ ਮੈਨੀ ਗਰੁੱਪਸ ਆਫ ਸੈਲਸ ਦੇ ਸਟਾਰਟਡ ਫੰਕਸ਼ਨਿੰਗ ਟੁਗੇਦਰ, ਤੇ ਉਸ ਤਰ੍ਹਾਂ ਇੱਕ ਆਰਗੈਨਿਜ਼ਮ ਬਣ ਗਿਆ, ਜਾਂ ਜਾਨਵਰ ਬਣ ਗਿਆ, ਜਾਂ ਪਲਾਂਟ ਬਣ ਗਿਆ। ਠੀਕ ਜੀ। ਹੁਣ ਜਦੋਂ ਇੰਨੇ ਕੰਪਲੈਕਸ ਐਨੀਮਲਸ ਬਣ ਗਏ, ਆਰਗੈਨਿਜ਼ਮਸ ਬਣ ਗਏ, ਤੇ ਉਹਨਾਂ ਦੀਆਂ ਨੀਡਸ ਨੇ, ਫੂਡ ਦੀਆਂ ਨੀਡਸ ਨੇ, ਹੈਲਥ ਦੀਆਂ ਨੀਡਸ ਨੇ, ਸੈਲਸ ਬਿਮਾਰ ਵੀ ਹੁੰਦੇ ਨੇ, ਉਹਨਾਂ ਨੂੰ ਨਿਊਟ੍ਰੀਸ਼ਨ ਚਾਹੀਦੀ ਹੈ, ਉਹਨਾਂ ਨੇ ਜਿਹੜਾ ਆਪਣੇ ਵੇਸਟ ਪ੍ਰੋਡਕਟਸ ਨੇ ਉਹ ਬਾਹਰ ਵੀ ਛੱਡਣੇ ਨੇ ਆਪਣੀ ਬੋਡੀ ਤੋਂ। ਤੇ ਹੁੰਦਾ ਕੀ ਹੈ ਕਿ ਜਦੋਂ ਸੈਲਸ ਵੱਡੇ ਹੁੰਦੇ ਨੇ ਤੇ ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ, ਤੇ ਉਹ ਦੂਜੇ ਸੈਲਸ ਨੂੰ ਖਾਣ ਲੱਗ ਜਾਂਦੇ ਨੇ। ਜਿਵੇਂ ਅਸੀਂ ਖਾਂਦੇ ਹਾਂ, ਲੋਕੀ ਖਾਂਦੇ ਨੇ, ਚਿਕਨ ਖਾਂਦੇ ਨੇ, ਮਟਨ ਖਾਂਦੇ ਨੇ। ਸੋ ਇੱਕ ਆਰਗੈਨਿਜ਼ਮ ਦੂਸਰੇ ਆਰਗੈਨਿਜ਼ਮ ਨੂੰ ਖਾ ਰਿਹਾ ਟੂ ਫੁਲਫਿਲ ਦੀ ਨੀਡਸ ਆਫ એનર્ਜੀ। એનર્ਜੀ ਬੇਸਿਕਲੀ ਆ ਰਹੀ ਹੈ ਸਨ ਤੋਂ। ਸਨ ਨੇ ਰਿਐਕਸ਼ਨਸ ਕਰਵਾਏ ਮੋਲੀਕਿਊਲਸ ਦੇ, ਉਹ ਕੰਪਲੈਕਸ ਮੋਲੀਕਿਊਲਸ ਬਣ ਗਏ, ਕੰਪਲੈਕਸ ਮੋਲੀਕਿਊਲਸ ਦੇ ਆਰਗੈਨਿਜ਼ਮਸ ਬਣ ਗਏ, ਆਰਗੈਨਿਜ਼ਮਸ ਦੇ ਲਾਈਫ ਫਾਰਮਸ ਬਣ ਗਏ। ਸੋ ਹੌਲੀ ਹੌਲੀ ਕੰਪਲੈਕਸਿਟੀ ਇਨਕਰੀਜ਼ ਹੁੰਦੀ ਗਈ, ਬਟ ਸੋਰਸ ਆਫ એનર્ਜੀ ਜਿਹੜਾ ਸੀ ਉਹ ਸਨ ਹੀ ਸੀ। ਸਨ ਨਾਲ ਹੀ ਬੂਟੇ ਬਣਦੇ ਨੇ, ਬੂਟਿਆਂ ਤੋਂ ਅਸੀਂ ਆਪਣੀ ਨਿਊਟ੍ਰੀਸ਼ਨ ਲੈਂਦੇ ਹਾਂ। ਗਾਵਾਂ, ਮੱਝਾਂ, ਚਿਕਨ, ਗੋਟਸ, ਸਾਰੇ ਜਿਹੜੇ ਨਿਊਟ੍ਰੀਸ਼ਨ ਨੇ ਆਪਣੇ ਪਲਾਂਟਸ ਤੋਂ ਲੈਂਦੇ ਨੇ, ਤੇ ਕੁਝ ਲੋਕ ਇਹਨਾਂ ਜਾਨਵਰਾਂ ਨੂੰ ਵੀ ਖਾਂਦੇ ਨੇ, ਜਾਂ ਇੱਕ ਜਾਨਵਰ ਦੂਸਰੇ ਜਾਨਵਰ ਨੂੰ ਖਾਂਦਾ ਆਪਣੀ એનર્ਜੀ ਨੀਡਸ ਨੂੰ ਫੁਲਫਿਲ ਕਰਨ ਲਈ। ਹੁਣ ਕੀ ਹੋਣਾ ਸ਼ੁਰੂ ਹੋਇਆ ਕਿ ਜਦੋਂ ਸ਼ੇਰ ਬਣ ਗਿਆ ਤੇ ਸ਼ੇਰ ਨੇ ਹਿਰਨ ਖਾਣੇ ਨੇ, ਤੇ ਜੇ ਕੱਲਾ ਕੱਲਾ ਹਿਰਨ ਹੋਵੇ ਤੇ ਸ਼ੇਰ ਬੜੇ ਆਰਾਮ ਨਾਲ ਮਾਰ ਦਿੰਦਾ। ਸੋ ਕਾਫੀ ਸਾਰੇ ਹਿਰਨ ਇਕੱਠੇ ਰਹਿਣ ਲੱਗ ਗਏ ਤਾਂ ਕਿ ਉਹਨਾਂ ਦੀ ਸੇਫਟੀ ਹੋਵੇ। ਇਕੱਠੇ ਰਹਿਣ ਲਈ ਉਹਨਾਂ ਨੂੰ ਕੋਆਪਰੇਟ ਕਰਨ ਦੀ ਲੋੜ ਸੀਗੀ। ਹੁਣ ਗਰੁੱਪਸ ਆਫ ਜਿਹੜੇ ਗਰੁੱਪ ਹਿਰਨ ਹੈਗਾ, ਹਿਰਨਾਂ ਦਾ ਝੁੰਡ ਹੈ ਜਿਹੜਾ, ਉਹਦੇ ਵਿੱਚ ਹਿਰਨਾਂ ਦੇ ਬੱਚੇ ਵੀ ਹੈ ਨੇ, ਉਹਦੇ ਵਿੱਚ ਪ੍ਰੈਗਨੈਂਟ ਲੇਡੀਜ਼ ਵੀ ਹੈ ਨੇ, ਉਹਦੇ ਵਿੱਚ ਬਜ਼ੁਰਗ ਹਿਰਨ ਵੀ ਹੈਗੇ ਨੇ, ਤੇ ਜਵਾਨ ਹਿਰਨ ਵੀ ਹੈਗੇ ਨੇ। ਹੁਣ ਸਾਨੂੰ ਪਤਾ ਹੈ ਕਿ ਬੱਚੇ ਹਿਰਨ ਜਿਹੜੇ ਨੇ ਉਹ ਇੰਨੀ ਛੇਤੀ ਨਹੀਂ ਭੱਜ ਸਕਦੇ ਜਿੰਨਾ ਕਿ ਵੱਡੇ ਹਿਰਨ ਭੱਜ ਸਕਦੇ ਨੇ, ਜਾਂ ਪ੍ਰੈਗਨੈਂਟ ਲੇਡੀਜ਼ ਜਾਂ 올ਡ ਜਿਹੜੇ ਹੈਗੇ ਨੇ ਹਿਰਨ, ਉਹ ਇੰਨੀ ਤੇਜ਼ ਨਹੀਂ ਭੱਜ ਸਕਦੇ ਜਿੰਨਾ ਕਿ ਜਵਾਨ ਹਿਰਨ ਭੱਜ ਸਕਦੇ ਨੇ। ਸੋ ਉਹਨਾਂ ਦੀ ਸੇਫਟੀ ਵਾਸਤੇ ਹਿਰਨਾਂ ਨੇ ਆਪਣੇ ਡਿਫੈਂਸ ਮੈਕੈਨਿਜ਼ਮ ਬਣਾਏ, ਤੇ ਉਹਨਾਂ ਦੇ ਸਿੰਗ ਉਗਾਏ ਕਿ ਜਦੋਂ ਕੋਈ ਉਹਨਾਂ ਨੂੰ ਖਾਣ ਆਉਂਦਾ ਹੈ ਤੇ ਪਹਿਲਾ ਡਿਫੈਂਸ ਮੈਕੈਨਿਜ਼ਮ ਹੈ ਤੇ ਭੱਜ ਲਓ, ਜੇ ਭੱਜ ਨਹੀਂ ਸਕਦੇ ਤੇ ਖੜ ਕੇ ਲੜੋ, ਸਿੰਘਾਂ ਨਾਲ ਲੜੋ। ਸੋ ਕੀ ਹੋਇਆ ਕਿ ਜਿੱਥੋਂ ਆਪਾਂ ਚੱਲੇ ਸੀਗੇ ਇੱਕ ਮੋਲੀਕਿਊਲ ਤੋਂ, ਉਹ ਮੋਲੀਕਿਊਲ ਜੁੜ ਕੇ ਵੱਡੇ ਕੰਪਲੈਕਸ ਮੋਲੀਕਿਊਲ ਬਣੇ, ਫਿਰ ਛੋਟੇ ਛੋਟੇ ਸੈੱਲ ਬਣੇ, ਫਿਰ ਵੱਡੇ ਆਰਗੈਨਿਜ਼ਮ ਬਣੇ, ਫਿਰ ਲਾਈਫ ਫਾਰਮ ਬਣੇ। ਹੁਣ ਇਹਨਾਂ ਲਾਈਫ ਫਾਰਮਸ ਨੇ ਇੱਕ ਦੂਜੇ ਦੀ ਹੈਲਪ ਕਰਨ ਲਈ ਇਕੱਠੇ ਰਹਿਣਾ ਸ਼ੁਰੂ ਕਰਤਾ। ਇਸੇ ਤਰ੍ਹਾਂ ਹੀ ਹਿਊਮਨਸ ਨਾਲ ਹੋਇਆ। ਹਿਊਮਨਸ ਕਹਿੰਦੇ ਨੇ ਇਵੋਲਵ ਹੋਏ ਫਰੋਮ ਦੀ ਵੇਸਟਲੈਂਡਸ ਆਫ ਅਫਰੀਕਾ। ਜਿਹੜਾ ਪਹਿਲਾ ਮਨੁੱਖ ਸੀਗਾ ਸ਼ਾਇਦ ਅਫਰੀਕਾ ਵਿੱਚ ਮੰਨਿਆ ਜਾਂਦਾ ਕਿ ਅਫਰੀਕਾ ਵਿੱਚ ਬਣਿਆ ਸੀਗਾ। ਉੱਥੋਂ ਦੀ ਹੌਲੀ ਹੌਲੀ ਮਨੁੱਖ ਜਿਹੜੇ ਨੇ ਪੂਰੀ ਦੁਨੀਆ 'ਚ ਫੈਲੇ ਨੇ। ਉਹ ਉੱਥੇ ਕਿਉਂ ਫੈਲੇ, ਉੱਥੇ ਅਫਰੀਕਾ 'ਚ ਕਿਉਂ ਨਹੀਂ ਰਹੇ? ਕਿਉਂਕਿ ਉਹਨਾਂ ਨੂੰ ਖਾਣਾ ਚਾਹੀਦਾ ਸੀਗਾ, ਤੇ ਜਿਹੜੇ ਏਰੀਆ 'ਚ ਉਹ ਰਹਿੰਦੇ ਸੀਗੇ ਉੱਥੇ ਇੰਨੇ ਜ਼ਿਆਦਾ ਮਨੁੱਖ ਹੋ ਗਏ ਸੀਗੇ ਰੀਪਰੋਡਕਸ਼ਨ ਕਰਕੇ ਕਿ ਉੱਥੇ ਖਾਣਾ ਪਰਿਆਪਤ ਨਹੀਂ ਸੀ, ਜਾਂ ਇੱਕ ਦੂਜੇ ਨਾਲ ਲੜ ਪੈਂਦੇ ਸੀਗੇ। ਸੋ ਹੌਲੀ ਹੌਲੀ ਇੱਕ ਦੂਜੇ ਤੋਂ ਦੂਰ ਹੁੰਦੇ ਗਏ, ਤੇ ਕੋਈ ਝੁੰਡ ਯੂਰਪ ਪਹੁੰਚ ਗਿਆ, ਕੋਈ ਝੁੰਡ ਏਸ਼ੀਆ ਪਹੁੰਚ ਗਿਆ, ਕੋਈ ਝੁੰਡ ਆਸਟ੍ਰੇਲੀਆ ਪਹੁੰਚ ਗਿਆ। ਸੋ ਇਸ ਤਰ੍ਹਾਂ ਕਰਦੇ ਕਰਦੇ ਵੰਡੇ ਗਏ। ਫਿਰ ਕੀ ਹੋਇਆ ਕਿ ਇਹਨਾਂ ਝੁੰਡ ਜਦੋਂ ਵੱਡੇ ਹੋਈ ਗਏ ਤੇ ਇਹਨਾਂ ਦੀ
ਆਪਸ ਵਿੱਚ ਲੜਾਈ ਹੋਣੀ ਸ਼ੁਰੂ ਹੋ ਗਈ, ਕਿਉਂਕਿ ਖਾਣਾ ਇੱਕ ਥਾਂ ਤੇ ਲਿਮਿਟਡ ਹੁੰਦਾ। ਹੁਣ ਜਿਹੜੇ ਝੁੰਡਾਂ ਦੀ ਲੜਾਈ ਹੋ ਗਈ, ਉਹਨਾਂ ਚੋਂ ਕਿਹੜਾ ਝੁੰਡ ਜਿੱਤੇਗਾ? ਆਬਵੀਅਸਲੀ ਜਿਹਦੇ ਚ ਬੰਦੇ ਜ਼ਿਆਦਾ ਹੋਣਗੇ ਉਹ ਝੁੰਡ ਜਿੱਤੇਗਾ। ਸੋ ਇਹਦਾ ਮਤਲਬ ਇਹ ਸੀਗਾ ਕਿ ਕਾਫੀ ਸਾਰੇ ਇੰਡੀਵਿਜੂਅਲਸ ਜਿਹੜੇ ਨੇ ਇੱਕ ਗਰੁੱਪ ਦੇ ਅੰਦਰ, ਉਹਨਾਂ ਨੂੰ ਇੱਕ ਦੂਜੇ ਨਾਲ ਕੋਆਪਰੇਟ ਕਰਨ ਦੀ ਲੋੜ ਸੀ। ਇਕੱਠੇ ਹੋ ਕੇ ਲੜਨਗੇ ਇੱਕ ਨਿਸ਼ਾਨੇ ਲਈ, ਇੱਕ ਮੋਟਿਵ ਲਈ, ਇੱਕ ਅਚੀਵਮੈਂਟ ਕਰਨ ਲਈ, ਤਾਂ ਹੀ ਉਹ ਸਰਵਾਈਵ ਕਰ ਸਕਦੇ ਨੇ, ਅਦਰਵਾਈਜ਼ ਸਰਵਾਈਵ ਨਹੀਂ ਕਰ ਸਕਦੇ। ਸੋ ਹੌਲੀ ਹੌਲੀ ਇਹ ਝੁੰਡ ਵੱਡੇ ਹੁੰਦੇ ਗਏ, ਇੱਕ ਦੂਜੇ ਨਾਲ ਲੜਾਈਆਂ ਵੀ ਵੱਧਦੀਆਂ ਗਈਆਂ, ਨਵੇਂ ਉਹਨਾਂ ਨੇ ਏਰੀਆਜ਼ ਐਕਸਪਲੋਰ ਕੀਤੇ, ਨਵੀਂ ਥਾਂ ਜਾ ਕੇ ਫੈਲੇ, ਫਿਰ ਉਹਨਾਂ ਨੇ ਇੰਸਟਰੂਮੈਂਟਸ ਬਣਾਉਣੇ ਸਿੱਖ ਲਏ, ਵੈਪਨਸ ਬਣਾਉਣੇ ਸਿੱਖ ਲਏ, ਤੇ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਘਰ ਬਣਾਉਣੇ ਸਿੱਖੇ। ਹੁਣ ਜਦੋਂ ਇਹ ਝੁੰਡ ਘੁੰਮਦੇ ਸਨ, ਜੰਗਲਾਂ ਵਿੱਚ ਘੁੰਮਦੇ ਸਨ, ਤੇ ਸ਼ੇਰਾਂ ਦੇ ਝੁੰਡ ਵੀ ਆ ਕੇ ਇਹਨਾਂ ਤੇ ਪੈਂਦੇ ਸੀਗੇ, ਤੇ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਲਈ, ਜਾਂ ਜਿਹੜੇ ਬਜ਼ੁਰਗ ਹੋ ਗਏ ਨੇ ਉਹਨਾਂ ਨੂੰ ਖਾਣਾ, ਜਿਹੜਾ ਜਾ ਕੇ ਹੰਟਿੰਗ ਨਹੀਂ ਕਰ ਸਕਦੇ, ਉਹਨਾਂ ਨੂੰ ਖਾਣਾ ਪ੍ਰੋਵਾਈਡ ਕਰਨ ਲਈ ਇਹਨਾਂ ਨੇ ਆਪਣੇ ਘਰ ਬਣਾਉਣੇ ਸ਼ੁਰੂ ਕਰਤੇ। ਤੇ ਜਦੋਂ ਘਰ ਬਣਾਉਣੇ ਸ਼ੁਰੂ ਹੋਏ ਤੇ ਫਿਰ ਆਪਣਾ ਬਾਉਂਡਰੀਜ਼ ਦੀ ਲੋੜ ਪਈ ਸਾਨੂੰ, ਵੀ ਇੱਥੇ ਤੱਕ ਸਾਡਾ ਘਰ, ਇੱਥੇ ਤੱਕ ਸਾਡਾ ਝੁੰਡ ਹੰਟਿੰਗ ਕਰੇਗਾ, ਉਸ ਤੋਂ ਪਰੇ ਦੂਜਾ ਝੁੰਡ ਹੰਟਿੰਗ ਕਰੇਗਾ, ਤਾਂ ਕਿ ਸਾਰਿਆਂ ਨੂੰ ਖਾਣਾ ਵੀ ਮਿਲਦਾ ਰਹੇ ਤੇ ਇੱਕ ਦੂਜੇ ਨਾਲ ਲੜਾਈ ਵੀ ਘੱਟ ਹੋਵੇ। ਜਦੋਂ ਆਪਾਂ ਏਦਾਂ ਕਰਨਾ ਸ਼ੁਰੂ ਕੀਤਾ ਤੇ ਸਾਡੇ ਝੁੰਡ ਹੋਰ ਵੱਡੇ ਹੋਈ ਗਏ, ਕਿਉਂਕਿ ਕੁਝ ਲੋਕੀ ਜਿਹੜੇ ਯੋਧੇ ਸਨ ਉਹ ਬਾਹਰ ਜਾਂਦੇ ਸੀ, ਹੰਟਿੰਗ ਕਰਦੇ ਸੀਗੇ, ਖਾਣਾ ਲੈ ਕੇ ਆਉਂਦੇ ਸੀਗੇ। ਜਿਹੜੇ ਲੜ ਨਹੀਂ ਸਕਦੇ ਉਹਨਾਂ ਦੀ ਪਰਵਰਿਸ਼ ਹੁੰਦੀ ਸੀਗੀ, ਉਹ ਵੱਡੇ ਹੁੰਦੇ ਸੀਗੇ, ਨਵੇਂ ਬੱਚੇ ਜੰਮਦੇ ਸੀ, ਉਹ ਹੋਰ ਯੋਧੇ ਬਣਦੇ ਸੀਗੇ, ਤੇ ਇਸ ਤਰ੍ਹਾਂ ਹੌਲੀ ਝੁੰਡ ਵੱਡੇ ਹੋਈ ਗਏ। ਹੁਣ ਸਾਇੰਸ ਸਾਨੂੰ ਇਹ ਦੱਸਦੀ ਹੈ ਕਿ ਇੱਕ ਆਦਮੀ ਜਾਂ ਜਾਨਵਰ ਜਾਂ ਜਾਨਵਰਾਂ ਦਾ ਝੁੰਡ, ਉਹਨਾਂ ਦੇ 150 ਤੋਂ ਉੱਤੇ ਜਿਹੜੇ ਮੈਂਬਰ ਨੇ ਉਹ ਹੋਣੇ ਮੁਸ਼ਕਿਲ ਨੇ, ਕਿਉਂਕਿ ਇਹ ਸਾਡੀ ਸਾਇੰਟੀਫਿਕ ਜਿਹੜੀ ਹੈ ਬ੍ਰੇਨ ਦੀ ਲਿਮਿਟੇਸ਼ਨ ਹੈ ਕਿ ਅਸੀਂ 150 ਬੰਦਿਆਂ ਤੋਂ ਉੱਤੇ ਨਾਲ ਐਸੋਸੀਏਟ ਨਹੀਂ ਕਰ ਸਕਦੇ। ਇਸ ਕਰਕੇ ਤਾਂ ਆਪਾਂ ਦੇਖਦੇ ਹੈਗੇ ਕਿ ਫੌਜ ਵਿੱਚ ਟੁਕੜੀਆਂ ਹੁੰਦੀਆਂ ਨੇ, ਛੋਟੀਆਂ ਟੁਕੜੀਆਂ ਹੁੰਦੀਆਂ ਨੇ, ਫਿਰ ਵੱਡੀਆਂ ਟੁਕੜੀਆਂ ਹੁੰਦੀਆਂ ਨੇ, ਫਿਰ ਰੈਜੀਮੈਂਟ ਹੁੰਦੇ ਨੇ, ਫਿਰ ਬਟਾਲੀਅਨ ਹੁੰਦੇ ਨੇ, ਫਿਰ ਕੋਰਸ ਹੁੰਦੇ ਨੇ, ਕਾਰਪਸ ਹੁੰਦੇ ਨੇ। ਸੋ ਉਹਨਾਂ ਦੇ ਕਮਾਂਡ ਇਸ ਤਰ੍ਹਾਂ ਬਣੇ ਹੁੰਦੇ ਨੇ ਕਿ ਕਿਸੇ ਵੀ ਇੱਕ ਬੰਦੇ ਨੂੰ 15 ਜਣਿਆਂ ਤੋਂ ਵੱਧ ਕਮਾਂਡ ਨਾ ਕਰਨਾ ਪਵੇ, ਤੇ ਇੱਕ ਜਿਹੜਾ ਵੱਡਾ ਕਮਾਂਡਰ ਹੁੰਦਾ ਹੈ ਉਹਨੂੰ 150 ਬੰਦਿਆਂ ਤੋਂ ਵੱਧ ਕਮਾਂਡ ਨਾ ਹੋਵੇ। ਜਿਹੜਾ ਉਸ ਤੋਂ ਉੱਤੇ ਵੱਡਾ ਕਮਾਂਡਰ ਹੋਏਗਾ ਉਹ ਸਿਰਫ ਛੋਟੇ ਕਮਾਂਡਰ ਨਾਲ ਗੱਲ ਕਰੇਗਾ, ਉਹ ਸਿਪਾਹੀਆਂ ਨਾਲ ਗੱਲ ਨਹੀਂ ਕਰਦਾ। ਸੋ ਲੈਟ ਅਸ ਸੇ ਕਿ ਸਾਡੇ ਕੋਲ 150 ਤੋਂ ਉੱਤੇ ਬੰਦੇ ਹੋ ਗਏ ਇੱਕ ਝੁੰਡ ਵਿੱਚ। ਹੁਣ ਉਹਨਾਂ ਨੇ ਇੱਕ ਕਾਮਨ ਦੁਸ਼ਮਣ ਨਾਲ ਲੜਨਾ ਹੈ ਜਾਂ ਇੱਕ ਕਾਮਨ ਕੰਮ ਕਰਨਾ ਹੈ। ਸਾਨੂੰ ਇਹ ਵੀ ਸਮਝ ਹੈਗੀ ਹੈ ਕਿ 150 ਤੋਂ ਉੱਤੇ ਸਾਡੇ ਕੋਲ ਐਸੋਸੀਏਸ਼ਨਸ ਨਹੀਂ ਬਣ ਸਕਦੀਆਂ। ਸੋ ਹੁਣ ਸਾਨੂੰ ਲੋੜ ਸੀਗੀ ਕਿ ਅਸੀਂ ਇਮੈਜੀਨੇਸ਼ਨ ਨੂੰ ਜਾਂ ਮਾਈਂਡ ਨੂੰ ਡਿਵੈਲਪ ਕਰੀਏ ਇਸ ਤਰੀਕੇ ਨਾਲ ਕਿ ਅਸੀਂ ਵੱਧ ਬੰਦਿਆਂ ਨਾਲ ਐਸੋਸੀਏਟ ਕਰ ਸਕੀਏ, ਕਿਉਂਕਿ ਸਾਨੂੰ ਇਹ ਵੀ ਪਤਾ ਹੈ ਕਿ ਜਿਹੜੇ ਝੁੰਡ ਵਿੱਚ ਨੰਬਰ ਜ਼ਿਆਦਾ ਨੇ, ਜਿਹੜੇ ਝੁੰਡ ਵਿੱਚ ਕੋਆਪਰੇਸ਼ਨ ਜ਼ਿਆਦਾ ਹੈ, ਉਹ ਝੁੰਡ ਡੋਮੀਨੇਟ ਕਰ ਜਾਂਦਾ, ਦੂਜੇ ਝੁੰਡ ਨੂੰ ਹਰਾ ਦਿੰਦਾ ਤੇ ਆਪਣੀ ਜਗ੍ਹਾ ਤੋਂ ਖਦੇੜ ਦਿੰਦਾ। ਸੋ ਸਾਨੂੰ ਲੋੜ ਪਈ ਕਿ ਅਸੀਂ ਇੱਕ ਕਾਮਨ ਗੋਲ ਬਣਾਈਏ ਜਿਹਦੇ ਵਿੱਚ ਝੁੰਡ ਦੇ ਵੱਡਾ ਝੁੰਡ ਜਿਹੜਾ ਹੋਵੇ, 150 ਤੋਂ ਵੱਧ ਦਾ ਜਿਹੜਾ ਝੁੰਡ ਹੈ, ਉਹ ਸਾਰੇ ਬੰਦੇ ਉਸ ਕਾਮਨ ਆਈਡੀਆ ਨੂੰ ਬਲੀਵ ਕਰਨ, ਤਾਂ ਕਿ ਇੱਕ ਕਾਮਨ ਏਮ ਬਣਾ ਕੇ ਅੱਗੇ ਵੱਧ ਸਕਣ। ਸੋ ਇੱਥੇ ਸਾਡੀ ਇਮੈਜੀਨੇਸ਼ਨ ਡਿਵੈਲਪ ਹੋਈ। ਸੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਰ ਝੁੰਡ ਨੇ ਆਪਣੀ ਬਾਉਂਡਰੀ ਬਣਾ ਲਈ, ਵੀ ਇੱਥੇ ਤੱਕ ਅਸੀਂ ਹੰਟ ਕਰਾਂਗੇ, ਤੇ ਉਸ ਤੋਂ ਪਰੇ ਜਿਹੜੇ ਹੈਗੇ ਨੇ ਦੂਜੇ ਝੁੰਡ ਰਹਿਣਗੇ, ਤੇ ਆਪਸ ਅਸੀਂ ਲੜਾਂਗੇ ਨਹੀਂ, ਇੰਨਾ ਕੁ ਦੂਰੀ ਰੱਖਾਂਗੇ ਕਿ ਲੜਾਂਗੇ ਨਹੀਂ। ਪਰ ਜਿਵੇਂ ਝੁੰਡ ਵਧੀ ਗਏ, ਸਾਈਜ਼ ਵਧੀ ਗਿਆ, ਤੇ ਉਹਨਾਂ ਨੂੰ ਆਪਣੀਆਂ ਬਾਉਂਡਰੀਜ਼ ਐਕਸਪੈਂਡ ਕਰਨ ਦੀ ਲੋੜ ਪਈ, ਉਹਨਾਂ ਨੂੰ ਹੋਰ ਖਾਣੇ ਦੀ ਲੋੜ ਪਈ, ਹੋਰ ਜਗ੍ਹਾ ਦੀ ਲੋੜ ਪਈ। ਸੋ ਕੀ ਹੋਇਆ ਕਿ ਹਿਊਮਨ ਦੇ ਝੁੰਡਾਂ ਦੀ ਆਪਸ ਲੜਾਈ ਹੋਣੀ ਸ਼ੁਰੂ ਹੋ ਗਈ। ਹੁਣ ਸਾਨੂੰ ਇਹ ਵੀ ਪਤਾ ਹੈ ਕਿ ਜਿਹੜੇ ਝੁੰਡ ਵਿੱਚ ਬੰਦੇ ਜ਼ਿਆਦਾ ਹੋਣਗੇ ਉਹ ਜਿੱਤ ਜਾਏਗਾ, ਪਰ ਝੁੰਡ ਜ਼ਿਆਦਾ ਵੱਡਾ ਹੋ ਗਿਆ ਤੇ ਸਾਡੇ ਆਈਡੀਆਜ਼ ਆਪਸ ਨਹੀਂ ਮਿਲਦੇ, ਅਸੀਂ ਕਮਿਊਨੀਕੇਟ ਪ੍ਰੋਪਰਲੀ ਨਹੀਂ ਕਰ ਸਕਦੇ। ਸੋ ਇੰਟੈਲੀਜੈਂਸ ਨਾਲ ਤੇ ਇਮੈਜੀਨੇਸ਼ਨ ਨਾਲ ਸਾਨੂੰ ਇੱਕ ਨਵਾਂ ਆਈਡੀਆ ਸਿਰਜਣਾ ਪਿਆ, ਜਿਹਦੇ ਵਿੱਚ ਸਾਰੇ ਹੀ ਝੁੰਡ ਦੇ ਬੰਦੇ ਭਾਵੇਂ ਜਿੰਨੇ ਮਰਜ਼ੀ ਵੱਡੇ ਹੋਣ, ਉਹ ਸਾਰੇ ਹੀ ਉਸ ਆਈਡੀਆ ਵਿੱਚ ਬਿਲੀਵ ਕਰਨ। ਇਹ ਆਈਡੀਆ ਸੀਗਾ ਨੇਸ਼ਨ ਦਾ, ਜਾਂ ਆਵਰਨੈਸ ਐਂਡ ਦੇਅਰਨੈਸ ਦਾ, ਸਾਡੇ ਵਾਲਾ ਤੇ ਉਹਨਾਂ ਵਾਲਾ। ਸੋ ਮੇਰੇ ਵਰਗੇ ਦਿਸਣ ਵਾਲੇ ਸਾਰੇ ਬੰਦੇ, ਲੈਟ ਅਸ ਸੇ ਮੈਂ ਸਿੱਖ ਹੈਗਾ ਵਾਂ, ਮੈਂ ਪੱਗ ਬੰਨਦਾ ਵਾਂ, ਸੋ ਪੱਗ ਬੰਨਣ ਵਾਲੇ ਸਾਰੇ ਬੰਦੇ ਜਿਹੜੇ ਨੇ ਉਹ ਮੇਰੇ ਭਰਾ ਨੇ। ਇਹ ਆਈਡੀਆ ਇਸ ਤਰ੍ਹਾਂ ਦੇ ਆਈਡੀਆ 'ਚ ਅਸੀਂ ਬਿਲੀਵ ਕਰਨਾ ਸ਼ੁਰੂ ਕਰਤਾ।
ਜਾਂ ਜਿਨ੍ਹਾਂ ਦੀ ਗੋਰੀ ਚਮੜੀ ਹੈ ਉਹ ਸਾਰੇ ਆਪਸ 'ਚ ਮੇਲ ਖਾਂਦੇ ਨੇ, ਉਹਨਾਂ ਦੇ ਪਿਤਾ ਤੇ ਮਾਤਾ ਕਾਮਨ ਨੇ, ਜਾਂ ਜਿਹੜੇ ਕਾਲੇ ਬੰਦੇ ਨੇ ਉਹਨਾਂ ਦੇ ਪਿਤਾ ਤੇ ਮਾਤਾ ਕਾਮਨ ਨੇ। ਸੋ ਇੱਕ ਗ੍ਰੈਂਡ ਆਈਡੀਆਜ਼ ਬਣਨੇ ਸ਼ੁਰੂ ਹੋ ਗਏ ਜਿਹੜੇ ਕਿ ਐਗਜ਼ਿਸਟ ਨਹੀਂ ਕਰਦੇ, ਸਾਨੂੰ ਨਜ਼ਰ ਨਹੀਂ ਆਉਂਦੇ, ਪਰ ਸਾਡੀ ਇਮੈਜੀਨੇਸ਼ਨ 'ਚ ਹੈ ਨੇ ਆਈਡੀਆਜ਼, ਅਸੀਂ ਉਹ ਬਲੀਵ ਕਰਦੇ ਹਾਂ ਤੇ 150 ਤੋਂ ਤਾਂ ਜ਼ਿਆਦਾ, ਕਿਤੇ ਕਈ ਲੱਖਾਂ ਕਰੋੜਾਂ ਵਿੱਚ ਅਸੀਂ ਉਹਨਾਂ ਆਈਡੀਆਜ਼ ਨੂੰ ਬਲੀਵ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਅੱਜ ਅਸੀਂ ਕਹਿੰਦੇ ਹਾਂ ਕਿ ਭਾਰਤ ਦੀ 10 ਲੱਖ ਦੀ ਫੌਜ ਹੈ। ਹੁਣ 10 ਲੱਖ ਜਿਹੜੇ ਨੇ ਉਹ ਇੱਕ ਕਾਮਨ ਆਈਡੀਆ 'ਚ ਬਲੀਵ ਕਰਦੇ ਨੇ ਕਿ ਭਾਰਤ ਸਾਡੀ ਮਾਤਾ ਹੈ ਜਾਂ ਸਾਡਾ ਦੇਸ਼ ਹੈ ਤੇ ਅਸੀਂ ਇਕੱਠੇ ਲੜ ਕੇ ਇਸ ਨੂੰ ਡਿਫੈਂਡ ਕਰਨਾ ਹੈ ਤਾਂ ਕਿ ਕੋਈ ਆ ਕੇ ਸਾਡੇ ਤੇ ਹਮਲਾ ਨਾ ਕਰ ਦੇ, ਸਾਡਾ ਏਰੀਆ ਨਾ ਲੈ ਲਵੇ। ਹੁਣ 10 ਲੱਖ ਦੀ ਜੇ ਫੌਜ ਹੈਗੀ ਹੈ ਤੇ ਇਹਨਾਂ ਸਾਰਿਆਂ ਨੂੰ ਇੱਕ ਕਾਮਨ ਆਈਡੀਆ ਚਾਹੀਦਾ ਹੈ। ਸੋ ਅਸੀਂ ਇਹ ਵੀ ਸੁਣ ਲਿਆ ਕਿ ਵੀ 150 ਤੋਂ ਉੱਤੇ ਸਾਨੂੰ ਕਮਿਊਨੀਕੇਟ ਕਰਨਾ ਮੁਸ਼ਕਿਲ ਹੁੰਦਾ ਹੈ, ਕਾਮਨ ਗੋਲ ਬਣਾਉਣੇ ਮੁਸ਼ਕਿਲ ਹੁੰਦੇ ਨੇ। ਸੋ ਇੱਕ ਨੇਸ਼ਨ ਦਾ ਆਈਡੀਆ ਬਣ ਗਿਆ ਸਾਡੇ ਦਿਮਾਗ ਵਿੱਚ ਕਿ ਅਸੀਂ ਕੋਆਪਰੇਟ ਕਰਾਂਗੇ ਇੱਕ ਦੂਜੇ ਦੇ ਨਾਲ ਤੇ ਅਸੀਂ ਇੱਕ ਕਾਮਨ ਗੋਲ ਅਚੀਵ ਕਰਾਂਗੇ। ਸੋ ਇਸ ਤਰ੍ਹਾਂ ਇਹ ਆਈਡੀਆਜ਼ ਵੱਧਦੇ ਗਏ ਤੇ ਵੱਡੇ ਵੱਡੇ ਦੇਸ਼ ਬਣੀ ਜਾਂਦੇ ਨੇ। ਆਪਾਂ ਦੇਖਿਆ ਕਿ ਇਹ ਹੁਣ ਇਸ ਵੇਲੇ 10 ਲੱਖ ਦੀ ਫੌਜ ਹੈਗੀ ਹੈ ਭਾਰਤ ਦੀ, ਪਰ ਇਸ ਤੋਂ ਪਹਿਲਾਂ ਬੜੇ ਜਿਹੜੇ ਯੋਧੇ ਹੋਏ ਨੇ, ਸਿਕੰਦਰ ਆਇਆ ਸੀਗਾ, ਚੰਗੇਜ਼ ਖਾਨ ਆਇਆ ਸੀਗਾ, ਸੋ ਬੜੇ ਇਨਵੇਡਰਸ ਆਏ ਨੇ ਜਿਨ੍ਹਾਂ ਦੀ ਵੱਡੀਆਂ ਵੱਡੀਆਂ ਫੌਜਾਂ ਹੁੰਦੀਆਂ ਸੀਗੀਆਂ ਤੇ ਉਹ ਕਾਮਨ ਗੋਲ ਲੈ ਕੇ ਚੱਲਦੇ ਸਨ ਤੇ ਕਾਮਨ ਟੀਚੇ ਮਿੱਥ ਕੇ ਉਹਨਾਂ ਨੂੰ ਅਚੀਵ ਕਰਦੇ ਸਨ। ਸੋ ਇੱਥੇ ਗੱਲ ਆਉਂਦੀ ਹੈ ਕੋਆਪਰੇਸ਼ਨ ਦੀ। they were able to believe in one thing and cooperate with one another, hence ਕੋਆਪਰੇਸ਼ਨ ਜਿਹੜੀ ਹੈ ਇੱਕ ਦੂਜੇ ਨਾਲ, ਉਹ that became central to survival। ਜੇ ਫੌਜੀ ਦਸਤਾ ਅੱਗੇ ਵੱਧਦਾ ਪਿਆ ਤੇ ਇੱਕ ਬੰਦਾ ਕਹਿੰਦਾ ਕਿ ਮੈਂ ਕੋਆਪਰੇਟ ਨਹੀਂ ਕਰਦਾ ਤੇ ਉਹ ਮਾਰਿਆ ਜਾਏਗਾ, ਉਹਨੂੰ ਬਚਾਉਣ ਵਾਲੇ ਕੋਈ ਨਹੀਂ ਆਏਗਾ। ਪਰ ਜੇ ਉਹ ਇਕੱਠੇ ਰਹਿੰਦੇ ਨੇ, ਇੱਕ ਦੂਜੇ ਨਾਲ ਕੋਆਪਰੇਟ ਕਰਦੇ ਨੇ ਤੇ ਸਾਰੇ ਹੀ ਇਕੱਠੇ ਵੱਧ ਸਕਦੇ ਨੇ ਅੱਗੇ ਤੇ ਸ਼ਾਇਦ ਸਾਰੇ ਬਚ ਕੇ ਵਾਪਸ ਵੀ ਆ ਸਕਦੇ ਨੇ। ਸੋ ਜਿਵੇਂ ਜਿਵੇਂ ਸਾਡੇ ਨੰਬਰਸ ਵੱਧਦੇ ਗਏ ਨੇ, ਅਸੀਂ ਆਈਡੀਆਜ਼ ਨਵੇਂ ਨਵੇਂ ਬਣਾਏ ਨੇ ਤੇ ਇੱਕ ਦੂਜੇ ਨਾਲ ਕੋਆਪਰੇਟ ਕਰਦੇ ਰਹੇ ਹਾਂ। ਪਰ ਸੈਂਟਰਲ ਸਾਡਾ ਸੈਲੂਲਰ ਲੈਵਲ ਤੋਂ, ਜਦੋਂ ਸੈੱਲ ਬਣੇ, ਸੈੱਲ ਤੋਂ ਲੈ ਕੇ ਸਾਡੇ ਡੀਐਨਏ ਵਿੱਚ ਇੱਕ ਹੈ ਗੱਲ ਕਿ ਅਸੀਂ ਇੱਕ ਦੂਜੇ ਨਾਲ ਕੋਆਪਰੇਟ ਕਰਨਾ ਹੈ, ਇੱਕ ਦੂਜੇ ਦਾ ਖਿਆਲ ਰੱਖਣਾ ਹੈ। ਜੇ ਹੋਰ ਕੰਪਲੈਕਸਿਟੀ ਆ ਗਈ ਹੈ ਤੇ ਇੱਕ ਤਰ੍ਹਾਂ ਦੇ ਸੈਲਸ ਨੇ ਦੂਜੀ ਤਰ੍ਹਾਂ ਦੀ ਸੈਲਸ ਨੂੰ ਹੈਲਪ ਕਰਨੀ ਸ਼ੁਰੂ ਕੀਤੀ ਵੀ ਅਸੀਂ ਖਾਣਾ ਖਾਂਦੇ ਹਾਂ, ਤੁਸੀਂ ਪਚਾ ਲਓ ਤੇ ਅਸਾਂ ਪੂਰੀ ਬਾਡੀ ਵਿੱਚ ਸਪਰੈਡ ਕਰ ਦਿਆਂਗੇ। ਜੇ ਵੱਡੇ ਗਰੁੱਪ ਬਣ ਗਏ ਤੇ ਕੋਆਪਰੇਟ ਕਰਨਾ ਸ਼ੁਰੂ ਕੀਤਾ ਵੀ ਅੱਛਾ ਇੱਕ ਯੋਧਿਆਂ ਦਾ ਗਰੁੱਪ ਹੈ, ਇੱਕ ਟੀਚਰਸ ਦਾ ਗਰੁੱਪ ਹੈ, ਇੱਕ ਮਦਰਸ ਦਾ ਗਰੁੱਪ ਹੈ, ਇੱਕ ਬੱਚਿਆਂ ਦਾ ਗਰੁੱਪ ਹੈ, ਇੱਕ ਗਰੁੱਪ ਦੂਜੇ ਗਰੁੱਪ ਦਾ ਖਿਆਲ ਰੱਖਦਾ ਸੀਗਾ। ਫਿਰ ਜਦੋਂ ਵੱਡੇ ਹੋਰ ਗਰੁੱਪਸ ਵੱਡੇ ਹੋ ਗਏ ਤੇ ਜਾਨਵਰਾਂ ਨੇ ਨਾਲ ਅਟੈਕ ਹੁੰਦਾ ਸੀਗਾ ਜਦੋਂ ਝੁੰਡਾਂ ਤੇ, ਉਹਨਾਂ ਨੂੰ ਡਿਫੈਂਡ ਕਰਨ ਲਈ ਗਰੁੱਪਸ ਬਣਾਏ ਗਏ। ਸਪੈਸ਼ਲ ਤਰ੍ਹਾਂ ਦੇ ਹੰਟਰ ਬਣੇ, ਕੁਝ ਜਾ ਕੇ ਫਰੂਟ ਲੈ ਕੇ ਆਉਂਦੇ ਸੀ, ਕੁਝ ਜਾ ਕੇ ਹੰਟਿੰਗ ਕਰਕੇ ਆਉਂਦੇ ਸੀ ਤੇ ਖਾਣਾ ਖਾਂਦੇ ਸੀ। ਸੋ ਇਸ ਤਰ੍ਹਾਂ ਇਹ ਕੰਪਲੈਕਸਿਟੀ ਵੱਧਦੀ ਗਈ ਹੈ। ਪਰ ਜਿਹੜੀ ਅੰਡਰਲਾਈਨ ਥਾਟ ਹੈ, right from molecules to organs to life forms to groups of life forms, ਉਹ ਇਹ ਹੈ ਕਿ ਅਸੀਂ ਇੱਕ ਦੂਜੇ ਨਾਲ ਕੋਆਪਰੇਟ ਕਰੀਏ, ਇੱਕ ਦੂਜੇ ਦਾ ਖਿਆਲ ਰੱਖੀਏ, ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ, ਤਾਂ ਹੀ ਸਾਡੀ ਤਰੱਕੀ ਹੋ ਸਕਦੀ ਹੈ। ਹੁਣ ਅੱਜ ਅਸੀਂ ਇਸ ਤੋਂ ਵੀ ਕੰਪਲੈਕਸ ਫਾਰਮਸ ਬਣਾ ਲਈਆਂ ਨੇ, ਕੁਝ ਫੌਜੀ ਨੇ, ਕੁਝ ਡਾਕਟਰਸ ਨੇ, ਕੁਝ ਇੰਜੀਨੀਅਰਸ ਨੇ, ਸਾਰੇ ਆਪਣੇ ਆਪਣੇ ਕੰਮ ਕਰ ਰਹੇ ਨੇ, ਪਰ ਕੋਈ ਵੀ ਇੱਕ ਦੂਜੇ ਤੋਂ ਬਿਨਾਂ ਨਹੀਂ ਚੱਲ ਸਕਦਾ। ਸਾਡੀ ਸੁਸਾਇਟੀ ਬਣੀ ਹੀ ਇਸ ਤਰ੍ਹਾਂ ਹੈ। ਤੇ ਗੁਰੂ ਸਾਹਿਬ ਨੇ ਇਸ ਫੰਡਾਮੈਂਟਲ ਟਰੂਥ ਨੂੰ ਰੈਕੋਗਨਾਈਜ਼ ਕਰਦੇ ਹੋਏ ਸਾਨੂੰ ਇਹ ਦੱਸਿਆ ਹੈ ਕਿ ਤਨ, ਮਨ ਤੇ ਧਨ ਨਾਲ ਸੇਵਾ ਕਰਨੀ ਹੈ। ਇਸ ਦਾ ਮਤਲਬ ਇਹ ਹੈ ਕਿ ਆਪਣੀ ਥਾਟਸ ਨੂੰ ਵੀ ਫੋਕਸ ਕਰਨਾ ਹੈ ਕਿ ਅਸੀਂ ਦੂਜਿਆਂ ਦੇ ਭਲੇ ਵਾਸਤੇ ਸੋਚੀਏ, ਅਸੀਂ ਆਪਣੀ ਜਿਹੜੀ ਕਮਾਈ ਹੈ ਉਹਨੂੰ ਵੀ ਡੈਡੀਕੇਟ ਕਰਨਾ ਦੂਜਿਆਂ ਦੇ ਭਲੇ। ਥੋੜਾ ਜਿਹਾ ਕਨੈਕਸ਼ਨ ਮੈਨੂੰ ਲੱਗਦਾ ਕਿ ਵੀਕ ਹੋ ਗਿਆ ਹੈ, ਜਿਹਦੇ ਕਰਕੇ ਆਵਾਜ਼ ਨਹੀਂ ਆ ਪਾ ਰਹੀ। ਓਕੇ, ਸੋ ਜਿੰਨੀ ਦੇਰ ਵੀਰ ਜੀ ਰੀਕਨੈਕਟ ਹੁੰਦੇ ਹਨ, ਤੇ ਜਿਵੇਂ ਵੀਰ ਜੀ ਨੇ ਸ਼ੁਰੂ 'ਚ ਗੱਲ ਕੀਤੀ ਨਾ ਕਿ ਅਸੀਂ ਜਦੋਂ ਯੂਨੀਵਰਸ ਦੀ ਸ਼ੁਰੂਆਤ ਹੋਈ ਉਦੋਂ ਗੈਸਿਸ ਸੀਗੀਆਂ, ਫਿਰ ਗੈਸਿਸ ਨੇ ਮਿਲਣਾ ਸ਼ੁਰੂ ਕੀਤਾ। ਜਦੋਂ ਗੈਸਿਸ ਮਿਲੀਆਂ ਤੇ ਫਿਰ ਨਵੇਂ-ਨਵੇਂ ਮੋਲੀਕਿਊਲਸ, ਨਵੇਂ-ਨਵੇਂ ਆਰਗੈਨਿਜ਼ਮਸ, ਨਵੇਂ-ਨਵੇਂ ਸੈਲਸ ਜਿਹੜੇ ਨੇ ਉਹ ਬਣੇ। ਸੋ ਇਹ ਨਾ ਇੱਕ ਸੇਵਾ ਦਾ ਕਨਸੈਪਟ ਇੱਥੋਂ ਵੀ ਸਾਡੇ ਸਾਹਮਣੇ ਆਉਂਦਾ ਹੈ ਕਿ ਜੇ ਅਸੀਂ ਇਕੱਲੇ ਹੀ ਰਹਿੰਦੇ, ਅਸੀਂ ਦੂਜਿਆਂ ਦੇ ਨਾਲ ਨਾ ਜੁੜਦੇ, ਦੂਜਿਆਂ ਦੀ ਹੈਲਪ ਨਾ ਕਰਦੇ, ਦੂਜਿਆਂ ਨਾਲ ਐਸੋਸੀਏਟ ਨਾ ਹੁੰਦੇ, ਤਾਂ ਸਾਡੀ ਆਈਡੈਂਟਿਟੀ ਇੰਡੀਵਿਜੂਅਲ ਹੀ ਰਹਿ ਜਾਣੀ ਸੀਗੀ। ਜਿਵੇਂ ਉਹ ਗੈਸਿਸ ਸੀਗੀਆਂ, ਗੈਸਿਸ ਸਾਰੀਆਂ ਇੰਡੀਵਿਜੂਅਲ ਰਹਿ ਗਈਆਂ,
ਜੇ ਉਹ ਨਾ ਮਿਲਦੀਆਂ ਗੈਸਿਸ ਤਾਂ ਉਹਨਾਂ ਨੇ ਇੰਡੀਵਿਜੂਅਲ ਰਹਿ ਜਾਣਾ ਸੀ, ਬਟ ਕਿਉਂਕਿ ਉਹ ਮਿਲ ਗਈਆਂ ਇਸ ਲਈ ਉਹਨਾਂ ਦੀ ਡਿਵੈਲਪਮੈਂਟ ਹੋਈ, ਉਹਨਾਂ ਦਾ ਵਿਕਾਸ ਹੋਇਆ, ਉਹਨਾਂ ਦੀ ਪ੍ਰੋਗਰੈਸ਼ਨ ਹੋਈ, ਜਿਸ ਕਰਕੇ ਅੱਜ ਅਸੀਂ ਹਿਊਮਨ ਫਾਰਮਸ ਜਾਂ ਪਲਾਂਟ ਲਾਈਫ ਜਾਂ ਐਨੀਮਲ ਲਾਈਫ ਕਿੰਨੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਦੇਖ ਪਾ ਰਹੇ ਹਾਂ, ਕਿਉਂਕਿ ਜਿਹੜੀਆਂ ਗੈਸਿਸ ਓਰੀਜਨਲ 'ਚ ਸੀਗੀਆਂ ਉਹ ਸੈਲਫਲੈਸ ਸੀ। ਜੇ ਉਹਨਾਂ ਦੇ ਵਿੱਚ ਸੈਲਫਿਸ਼ਨੈਸ ਹੁੰਦੀ, ਸੇਵਾ ਦਾ ਭਾਵ ਨਾ ਹੁੰਦਾ, ਤਾਂ ਉਹ ਦੂਜੀਆਂ ਗੈਸਾਂ ਦੇ ਨਾਲ, ਦੂਜੇ ਮੋਲੀਕਿਊਲਸ ਦੇ ਨਾਲ ਉਹਨਾਂ ਨੇ ਜੁੜਨਾ ਨਹੀਂ ਸੀ, ਤੇ ਫਿਰ ਪ੍ਰੋਗਰੈਸ਼ਨ ਜਾਂ ਡਿਵੈਲਪਮੈਂਟ ਜਾਂ ਐਵੋਲਿਊਸ਼ਨ ਜਿਹੜੀ ਹੈ ਉਹ ਨਹੀਂ ਹੋਣੀ ਸੀ। ਸੋ ਤਰੁਣਦੀਪ ਸਿੰਘ ਵੀਰ ਜੀ ਜੁੜ ਗਏ ਨੇ ਦੁਬਾਰਾ, ਤੇ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੀ ਗੱਲ ਕੰਟੀਨਿਊ ਰੱਖਣ ਦੀ। ਹਾਂਜੀ ਵੀਰ ਜੀ, ਤੁਸੀਂ ਮੇਰੇ ਖਿਆਲ ਮੇਰਾ ਕਨਕਲੂਜਨ ਕੱਢ ਹੀ ਦਿੱਤਾ ਹੈ। ਵਾਸ ਕਨਕਲੂਡਿੰਗ ਓਨਲੀ ਕਿ ਜੋ ਸਾਰ ਹੈ ਉਹ ਤੁਸੀਂ ਦੱਸ ਹੀ ਦਿੱਤਾ ਹੈ ਕਿ ਅੰਟਿਲ ਐਂਡ ਅਨਲੈਸ ਅਸੀਂ ਕੋਆਪਰੇਟ ਕਰੀਏ ਦੂਜਿਆਂ ਨਾਲ ਤੇ ਪਿਆਰ ਨਾਲ ਰਹੀਏ ਤੇ ਇੱਕ ਦੂਜੇ ਦੀ ਸੇਵਾ ਕਰੀਏ, ਸਾਡੀ ਐਵੋਲਿਊਸ਼ਨ ਨਹੀਂ ਹੋ ਸਕਦੀ। ਤੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸਿੱਖਿਆ ਦਿੱਤੀ ਹੈ ਕਿ ਸੇਵਾ ਕਰਨੀ ਹੈ, ਉਹ ਇਸੇ ਤੁੱਥ ਨੂੰ ਰਿਕੋਗਨਾਈਜ਼ ਕਰਦੇ ਹੋਏ ਕੀਤੀ ਹੈ ਕਿ ਅਸੀਂ ਸਾਡਾ ਜਿਹੜਾ ਦੇਖੋ ਮਨੁੱਖੀ ਟੀਚਾ ਹੈ, ਗੁਰੂ ਸਾਹਿਬ ਨੇ ਦੱਸਿਆ ਹੋਇਆ ਹੈ ਕਿ ਪਰਮਾਤਮਾ ਨਾਲ ਮਿਲਣਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਸੰਗਤ ਦੀ ਵੀ ਸਾਨੂੰ ਸਿੱਖਿਆ ਦਿੱਤੀ ਹੈ ਕਿ ਸੰਗਤ ਕਰੋ, ਇਕੱਠੇ ਮਿਲਾਂਗੇ, ਇੱਕ ਦੂਜੇ ਨਾਲ ਹੱਥ ਜੋੜਾਂਗੇ, ਹੱਥ ਮਿਲਾਵਾਂਗੇ, ਤਾਂ ਹੀ ਆਪਾਂ ਅੱਗੇ ਵੱਧ ਸਕਦੇ ਹਾਂ। ਇਹੀ ਸਾਡਾ ਜਿਹੜਾ ਸਾਡੀ ਬਿਓਲੋਜੀਕਲ ਐਵੋਲਿਊਸ਼ਨ ਹੈ ਉਹ ਇਸੇ ਤੇ ਬੇਸਡ ਹੈ, ਸਾਡੀ ਸੋਸ਼ਲ ਐਵੋਲਿਊਸ਼ਨ ਇਸੇ ਤੇ ਬੇਸਡ ਹੈ, ਤੇ ਗੁਰੂ ਸਾਹਿਬ ਨੇ ਉਸ ਨੂੰ, ਉਸ ਸਿੱਖਿਆ ਨੂੰ, ਉਸ ਟਰੁੱਥ ਨੂੰ ਸਾਡੀ ਸਪਿਰਿਚੁਅਲ ਐਜੂਕੇਸ਼ਨ ਵਿੱਚ ਵੀ ਦੱਸਿਆ ਹੈ ਕਿ ਸੇਵਾ ਕੀਤੇ ਬਿਨਾ ਮਨੁੱਖੀ ਐਵੋਲਿਊਸ਼ਨ ਨਹੀਂ ਹੋ ਸਕਦੀ। ਤੇ ਅਸੀਂ ਐਵੋਲਿਊਸ਼ਨ ਕਰਨੀ ਕਿਵੇਂ ਹੈ? ਫਰੋਮ ਹਿਊਮਨਸ ਟੂ ਹਿਊਮਨ ਲਾਈਫ ਫਾਰਮਸ ਟੂ ਆਪਣੇ ਆਪ ਨੂੰ ਐਲੀਵੇਟ ਕਰਨਾ ਹੈ, ਨਾ ਸਪਿਰਿਚੁਅਲੀ ਐਲੀਵੇਟ ਕਰਨਾ ਹੈ ਕਿ ਅਸੀਂ ਪਰਮਾਤਮਾ ਵਿੱਚ ਲੀਨ ਹੋ ਜਾਈਏ। ਸੋ ਦੈਟ ਇਜ਼ ਦੀ ਅਲਟੀਮੇਟ ਗੋਲ। ਬਟ ਉਸ ਗੋਲ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਸ ਤੋਂ ਪਹਿਲੇ ਜਿਹੜੇ ਸਟੈਪਸ ਹੈਗੇ ਨੇ ਉਹ ਇਹ ਨੇ ਕਿ ਇੱਕ ਦੂਜੇ ਨਾਲ ਅਸੀਂ ਲੋਕਲ ਲੈਵਲ ਤੇ ਕੋਆਪਰੇਟ ਕਰਨਾ ਸ਼ੁਰੂ ਕਰੀਏ, ਤਾਂ ਕਿ ਸਾਡੇ ਵਿੱਚ ਗੁਣ ਪੈਦਾ ਹੋਣ ਕੋਆਪਰੇਸ਼ਨ ਦੇ, ਸਾਡੀ ਐਵੋਲਿਊਸ਼ਨ ਹੋਵੇ ਸੇਵਾ ਕਰ ਕਰਕੇ, ਤੇ ਅਸੀਂ ਹੌਲੀ ਹੌਲੀ ਆਪਣੇ ਦੱਸੇ ਰਾਹ ਤੇ ਵੱਧਦੇ ਜਾਈਏ। ਇਸੇ ਨਾਲ ਮੈਂ ਹਾਂਜੀ ਵੀਰ ਜੀ, ਮੈਂ ਥੋੜਾ ਜਿਹਾ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਜਿਵੇਂ ਪਬਲਿਕ ਹੈਲਥ ਨਾਲ ਡੀਲ ਕਰਦੇ ਹੋ ਤੇ ਤੁਸੀਂ ਫੀਲਡ ਵਿੱਚ ਜਾਂਦੇ ਹੋ, ਕਮਿਊਨਿਟੀ 'ਚ ਜਾਂਦੇ ਹੋ, ਥੋੜਾ ਜਿਹਾ ਬੱਚਿਆਂ ਨੂੰ ਅਗਰ ਤੁਸੀਂ ਇੱਕ ਅੱਧੇ ਮਿੰਟ 'ਚ ਥੋੜਾ ਜਿਹਾ ਦੱਸ ਸਕਦੇ ਹੋ ਵੀ ਕਿਸ ਤਰੀਕੇ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਹੈਲਥ ਪੁਆਇੰਟ ਆਫ ਵਿਊ ਤੋਂ ਹੀ ਲੋਕੀ ਜਿਹੜੇ ਫੇਸ ਕਰ ਰਹੇ ਨੇ, ਤੇ ਤਾਂ ਕਿ ਅਸੀਂ ਬਾਲ ਸਭਾ ਵੱਲੋਂ ਐਜ਼ ਐਨ ਆਰਗੇਨਾਈਜੇਸ਼ਨ ਕੁਝ ਅਸੀਂ ਚਾਰਟ ਆਊਟ ਕਰ ਸਕੀਏ ਕਿ ਕਿਸ ਤਰੀਕੇ ਨਾਲ ਅਸੀਂ ਉਹਨਾਂ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਜਾਂ ਹੈਲਪ ਕਰ ਸਕਦੇ ਹਾਂ। ਓਕੇ, ਸੋ ਇਹ ਮਲਟੀਪਲ ਲੈਵਲਸ ਨੇ। ਜਦੋਂ ਆਪਾਂ ਪਿੰਡਾਂ ਵਿੱਚ ਜਾਂਦੇ ਹਾਂ ਜਾਂ ਪੋਪੂਲੇਸ਼ਨ ਨਾਲ ਇੰਟਰੈਕਸ਼ਨ ਸਾਡਾ ਹੁੰਦਾ ਹੈ, ਤੇ ਹਰ ਏਜ ਗਰੁੱਪ ਦੇ ਬੰਦੇ ਹੈ ਨੇ ਤੇ ਹਰ ਏਜ ਗਰੁੱਪ ਦੀਆਂ ਅਲੱਗ-ਅਲੱਗ ਨੀਡਸ ਨੇ। ਸੋ ਲੈਟ ਅਸ ਸੇ ਆਈ ਆਈਡੈਂਟੀਫਾਈ ਕਿ ਸਾਡੇ ਸਾਰੇ ਜਿਹੜੇ ਪਾਰਟਿਸਪੈਂਟਸ ਨੇ ਗੁਰਮਤਿ ਬਾਲ ਸਭਾ ਦੇ, ਇਹ 15 ਸਾਲ ਦੇ ਆਸ-ਪਾਸ ਦੀ, ਉਸ ਤੋਂ ਛੋਟੇ ਹੀ ਨੇ। ਸੋ ਇਹਨਾਂ ਟਾਈਮਸ ਵਿੱਚ ਸਾਨੂੰ ਜਿਹੜੇ ਪਿੰਡਾਂ ਵਿੱਚ ਜਾਂਦੇ ਆ ਤੇ ਕਈ ਗਰੀਬ ਪਰਿਵਾਰ ਸਾਨੂੰ ਮਿਲਦੇ ਨੇ, ਉਹਦੇ ਵਿੱਚ ਇਹ ਹੁੰਦਾ ਕਿ ਕਈਆਂ ਕੋਲ ਖਿਡੌਣੇ ਨਹੀਂ ਨੇ, ਕਈਆਂ ਕੋਲ ਕਿਤਾਬਾਂ ਨਹੀਂ ਨੇ, ਤੇ ਜਿਹੜੀਆਂ ਯੰਗ ਗਰਲਸ ਨੇ ਜਾਂ ਯੰਗ ਬॉयਜ਼ ਨੇ ਉਹਨਾਂ ਨੂੰ ਸਹੀ ਖਾਣੇ ਬਾਰੇ ਨਹੀਂ ਪਤਾ, ਸਹੀ ਪੀਣ ਬਾਰੇ ਨਹੀਂ ਪਤਾ, ਤੇ ਐਕਸਰਸਾਈਜ਼ ਦੀ ਇੰਪੋਰਟੈਂਸ ਨਹੀਂ ਪਤਾ। ਸੋ ਇਸ ਕਰਕੇ ਆਪਾਂ ਦੇਖ ਰਹੇ ਹਾਂ ਕਿ ਹੌਲੀ ਹੌਲੀ ਜਦੋਂ ਬੱਚੇ ਵੱਡੇ ਹੁੰਦੇ ਨੇ ਉਹਨਾਂ ਨੂੰ ਫਿਰ ਆਦਤਾਂ ਪੈ ਜਾਂਦੀਆਂ ਨੇ ਕਿ ਇੱਕ ਤਾਂ ਮੋਟਾਪਾ ਬੜਾ ਹੋ ਰਿਹਾ ਹੈ ਬਚਪਨ 'ਚ, ਸੋ ਖੇਡਣ ਦੀ ਆਦਤ ਨਹੀਂ ਰਹੀ, ਟੀਵੀ ਦੇਖਦੇ ਰਹਿੰਦੇ ਆ ਜਾਂ ਮੋਬਾਈਲ ਦੇਖਦੇ ਰਹਿੰਦੇ ਆ, ਇਸ ਕਰਕੇ ਐਕਸਰਸਾਈਜ਼ ਨਹੀਂ ਹੁੰਦੀ ਤੇ ਮੋਟਾਪਾ ਵੱਧ ਰਿਹਾ। ਇੱਕ ਸਭ ਤੋਂ ਵੱਡਾ ਕਾਰਨ ਬਿਮਾਰੀਆਂ ਦਾ ਅੱਜ ਕੱਲ੍ਹ ਇਹ ਬਣਿਆ ਹੋਇਆ ਹੈ। ਦੂਜਾ ਇਹ ਹੈਗਾ ਕਿ ਅਵੇਅਰਨੈਸ ਨਾ ਹੋਣ ਕਰਕੇ, ਹੈਲਥ ਬਾਰੇ ਅਵੇਅਰਨੈਸ ਨਾ ਹੋਣ ਕਰਕੇ ਖਾਣ ਪੀਣ ਸਾਡਾ ਬੜਾ ਫਰਕ ਆ ਗਿਆ, ਉਸ ਕਰਕੇ ਸਾਡੀ ਡਿਵੈਲਪਮੈਂਟ ਬੜੀ ਘਟਦੀ ਹੈ। So some of the projects that you can do is एक sharing of toys and books, second giving education through children कि obesity exercise ਦੀ importance ਤੇ ਕੀਤਾ ਜਾਵੇ ਤੇ ਸਹੀ ਖਾਣ ਪੀਣ ਤੇ ਸਟ੍ਰੈਸ ਦਿੱਤਾ ਜਾਵੇ। elder girls ਉਹਨਾਂ ਦਾ ਜਿਹੜਾ menstrual ਹੈਗਾ, menstrual hygiene ਹੈ ਤੇ awareness ਹੈ, ਉਹ spread ਕਰ ਸਕਦੀਆਂ ਨੇ, because rural areas ਵਿੱਚ ਜਿਹੜੇ ਗਰੀਬ ਘਰਾਣੇ ਹੈ ਨੇ ਉੱਥੇ ਇਸ ਪਾਸੇ ਦੀ ਅਵੇਅਰਨੈਸ ਵੀ ਕਾਫੀ ਘੱਟ ਹੈ। ਸੋ ਇਹ ਕੁਝ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਤੁਸੀਂ ਕਰ ਸਕਦੇ ਹੈਗੇ ਹੋ, ਬਟ ਐਜ਼ ਅ ਗਰੁੱਪ ਆਈ ਵੁੱਡ ਸੇ ਕਿ ਪਹਿਲਾਂ ਜਿਹੜੀ ਸਰਵਿਸ ਹੈਗੀ ਹੈ ਉਹ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ। ਸੋ ਈਟ ਹੈਲਦੀ, ਸਲੀਪ ਔਨ ਟਾਈਮ, ਐਕਸਰਸਾਈਜ਼ ਰੈਗੂਲਰਲੀ
and do well in your studies first, ਉਹ ਕੰਮ ਕਰਦੇ ਹੋਏ ਫਿਰ ਥੋੜਾ ਜਿਹਾ ਟਾਈਮ ਕੱਢਣਾ ਸ਼ੁਰੂ ਕਰੋ ਬਾਕੀ ਐਕਟੀਵਿਟੀਜ਼ ਵਾਸਤੇ। ਤੇ ਬਾਕੀ ਐਕਟੀਵਿਟੀਜ਼ ਵਿੱਚ ਫਰਸਟ ਐਂਡ ਫੋਰਮੋਸਟ ਹੋਣੀ ਚਾਹੀਦੀ ਹੈ ਹਾਊ ਕੈਨ ਯੂ ਹੈਲਪ ਯੋਰ ਸੋਸਾਇਟੀ। ਠੀਕ ਹੈ ਵੀਰ If you are shining bright, others will learn from you, others will want to associate with you। ਠੀਕ ਹੈ ਵੀਰ ਜੀ। ਤੋ ਅਸੀਂ ਇਹ ਜੋ ਸੁਜੈਸ਼ਨਸ ਹੈ ਵੀਰ ਜੀ ਦੀਆਂ, ਇਹਨਾਂ ਨੂੰ ਅਸੀਂ ਥੋੜਾ ਜਿਹਾ ਇਸ ਵੱਲ ਧਿਆਨ ਦੇਵਾਂਗੇ ਤੇ ਅਸੀਂ ਕੋਈ ਨਾ ਕੋਈ ਪ੍ਰੋਜੈਕਟ ਜਿਹੜਾ ਉਹ ਜ਼ਰੂਰ ਸਾਹਮਣੇ ਲੈ ਕੇ ਆਵਾਂਗੇ। ਤੇ ਹੁਣ ਮੈਂ ਤਰਨਦੀਪ ਸਿੰਘ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਜੁੜੇ ਰਹਿਣ, ਕਿਉਂਕਿ ਗੁਰਸਾਹਿਬ ਸਿੰਘ ਜੀ ਜੋ ਖਾਲਸਾ ਏਡ ਤੋਂ ਲੁਧਿਆਣੇ ਦੇ ਰਿਪਰੈਜ਼ੈਂਟੇਟਿਵ ਹਨ, ਉਹਨਾਂ ਦੇ ਵਿਚਾਰ ਸੁਣਨੇ ਹਨ ਅਸੀਂ। ਤੇ ਫਿਰ ਅਗਰ ਕੋਈ ਡਿਸਕਸ਼ਨ ਹੋਏ ਐਂਡ ਦੇ ਉੱਤੇ ਕੋਈ ਕੁਐਸਚਨਸ ਹੋਣ ਤੇ ਫਿਰ ਅਸੀਂ ਦੋਨੋਂ ਟਾਕਸ ਦੇ ਕੁਐਸਚਨਸ ਇਕੱਠੇ ਉਸ ਤੋਂ ਬਾਅਦ ਅਸੀਂ ਲੈ ਸਕਦੇ ਹਾਂ ਜੀ।